छानबंद मजीठिया ਨੂੰ ਬੇਲ ਮਿਲਣ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ। ਕਿਹਾ ਬੇਲ ਮਿਲਣ ਨਾਲ ਕੋਈ ਬਰੀ ਨਹੀਂ ਹੁੰਦਾ, ਸਾਡੇ ਕੋਲ ਮਜੀਠੀਆ ਖਿਲਾਫ ਪੁਖਤਾ ਸਬੂਤ। ਮਜੀਠੀਆ ਨੂੰ ਬੇਲ ਮਿਲਣ ਤੇ ਅਕਾਲੀ ਦਲ ਦਾ ਬਿਆਨ। ਕਿਹਾ ਸਾਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ, ਜੇ ਸਰਕਾਰ ਕੋਲ ਸਬੂਤ ਅਦਾਲਤ 'ਚ ਕਰਨ ਪੇਸ਼। ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਮੁਖੀ ਦਾ ਵੱਡਾ ਬਿਆਨ। ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਦੱਸਿਆ ਗਲਤ। ਕਿਹਾ ਮਜੀਠੀਆ ਮੇਰੇ ਦੋਸਤ ਹੈ ਤੇ ਮੈਂ ਉਹਨਾਂ ਨੂੰ ਮਿਲਦਾ ਰਹਾ। ਵਾਰ-ਵਾਰ ਬੀਜੇਪੀ ਦੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਮੈਡਮ ਸਿੱਧੂ ਪੀਐਮ ਮੋਦੀ ਦਾ ਟਵੀਟ ਸ਼ੇਅਰ ਕਰਕੇ ਲਿਖਿਆ, ਹੁਨਰ ਦੀ ਇੱਜ਼ਤ ਕਰਦੀ ਹੈ ਭਾਜਪਾ। ਤਾਂ ਜਾਖੜ ਬੋਲੇ ਨਵਜੋਤ ਕੌਰ ਹੀ ਨਹੀਂ, ਹਰੇਕ ਵਿਅਕਤੀ ਬੀਜੇਪੀ ਜੁਆਇਨ ਕਰਨ ਲਈ ਤਿਆਰ। ਲੋਕ ਸਭਾ 'ਚ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਜ਼ਬਰਦਸਤ ਹੰਗਾਮਾ। ਕਿਹਾ ਡੋਕਲਾਮ 'ਚ 4 ਚਾਈਨੀਜ਼ ਟੈਂਕ ਭਾਰਤੀ ਸਰਹੱਦ 'ਚ ਹੋਏ ਸੀ ਸ਼ਾਮਿਲ। ਅਮਿਤ ਸ਼ਾਹ ਬੋਲੇ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਤਾਂ ਚਰਚਾ। ਗੋਬਿੰਦ ਸਿੰਘ ਨੇ ਜਥੇਦਾਰ ਨੂੰ ਸੌਂਪਿਆ ਮੁਆਫੀਨਾਮਾ। ਅਕਾਲ ਤਖਤ ਸਾਹਿਬ ਪਹੁੰਚ ਕੇ ਕੀਤੀ ਖਿਮਾ ਜਾਚਨਾ। ਵਿਆਹ ਸਮਾਗਮ 'ਚ ਹੋਈ ਸੀ ਸਿੱਖ ਮਰਿਆਦਾ ਦੀ ਉਲੰਘਣਾ। ਸਿਮਰਨਜੀਤ ਸਿੰਘ ਮਾਨ ਦੇ ਦੋਤੇ ਹਨ ਗੋਬਿੰਦ ਸਿੰਘ। ਸੰਗਰੂ ਦੇ ਪਿੰਡ ਰੰਗਲਾ 'ਚ ਪਤੀ ਪਤਨੀ ਨੂੰ ਪਿੰਡ 'ਚੋਂ ਕੱਢਣ ਦਾ ਮਤਾ ਕੀਤਾ ਪਾਸ। ਪਿੰਡ ਰਹੀ ਮੁੰਡਾ ਕੁੜੀ ਵੱਲੋਂ ਵਿਆਹ ਕਰਵਾਉਣ ਤੇ ਪਿੰਡ ਵਾਸੀ ਪੰਚਾਇਤ ਨੇ ਦੋਹਾਂ ਦਾ ਬਾਇਕਾਟ ਕਰਨ ਦਾ ਲਿਆ ਫੈਸਲਾ। आपने बजट सुना, अब उसके असर को समझिए सीधे उनसे जो हैं इस बजट की शिल्पकार। वित्त मंत्री निर्मला सीतारमण का बजट के बाद पहला इंटरव्यू एडिटर इन चीफ राहुल जोशी के साथ। न्यूज 18 नेटवर्क एक्सक्लूसिव आज रात 8 बजे दी FM इंटरव्यू पूरे न्यूज 18 नेटवर्क पर। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਬੁਲੇਟਿਨ 'ਚ ਅਸੀਂ ਦਿਨ ਦੀਆਂ 6 ਵੱਡੀਆਂ ਖਬਰਾਂ ਤੇ ਨਜ਼ਰ ਪਾਵਾਂਗੇ। ਪੂਰੇ ਦਿਨ 'ਚ ਕੀ ਕੁਝ ਖਾਸ ਰਿਹਾ ਉਸ ਦੇ ਨਾਲ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਵਾਂਗੇ। ਤੇ ਸ਼ੁਰੂਆਤ ਕਰਦੇ ਹਾਂ ਖਬਰ ਨੰਬਰ 6 ਤੋਂ, ਜੋ ਕਿ ਸੰਗਰੂਰ ਦੇ ਨਾਲ ਜੁੜੀ ਹੋਈ ਹੈ। ਦਰਅਸਲ ਸੰਗਰੂਰ 'ਚ ਪਤੀ ਪਤਨੀ ਨੂੰ ਪਿੰਡ 'ਚੋਂ ਕੱਢਣ ਦਾ ਮਤਾ ਜੋ ਹੈ ਉਹ ਪਾਸ ਕੀਤਾ ਗਿਆ ਹੈ। ਪਿੰਡ ਰੋਗਲਾ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਪਿੰਡ ਦੇ ਹੀ ਦਰਅਸਲ ਮੁੰਡਾ ਕੁੜੀ ਦੀ ਵਿਆਹ ਤੋਂ ਭੜਕੇ ਨੇ ਪਿੰਡ ਵਾਸੀ ਤੇ ਉਹਨਾਂ ਦੇ ਵੱਲੋਂ ਜੋ ਹੈ ਮੁੰਡਾ ਕੁੜੀ ਦੇ ਖਿਲਾਫ ਮਤਾ ਪਾ ਦਿੱਤਾ ਗਿਆ ਹੈ। ਮੁੰਡੇ ਨੇ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਲਗਾਏ ਨੇ। ਵਿਆਹ ਦੇ ਸਦਮੇ 'ਚ ਕੁੜੀ ਦੇ ਮਾਪਿਆਂ ਦੀ ਮੌਤ ਵੀ ਹੋ ਗਈ ਹੈ ਤੇ ਪਤੀ ਪਤਨੀ ਨੂੰ ਪਿੰਡ 'ਚੋਂ ਕੱਢਿਆ ਜਾਵੇ ਬਾਹਰ। ਪੰਚਾਇਤ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਚੱਲਦੇ ਮਤਾ ਵੀ ਪਾ ਦਿੱਤਾ ਗਿਆ। ਪੰਚਾਇਤ ਦਾ ਕਹਿਣਾ ਹੈ ਕਿ ਦੋਹਾਂ ਪਤੀ ਪਤਨੀ ਦਾ ਬਾਇਕਾਟ ਜੋ ਹੈ ਉਹ ਕੀਤਾ ਜਾਏ ਤੇ ਸੰਗਰੂਰ 'ਚ ਪਤੀ ਪਤਨੀ ਨੂੰ ਪਿੰਡ 'ਚੋਂ ਕੱਢਣ ਦਾ ਮਤਾ ਜੋ ਹੈ ਉਹ ਪਾਸ ਕੀਤਾ ਗਿਆ ਹੈ। ਪਿੰਡ ਰੋਗਲਾ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਦੀ ਪੰਚਾਇਤ ਦੇ ਵੱਲੋਂ ਇਹ ਮਤਾ ਪਾਇਆ ਗਿਆ। ਕਾਬਿਲ ਗੌਰ ਹੈ ਕਿ ਪੰਚਾਇਤ ਦਾ ਕਹਿਣਾ ਹੈ ਕਿ ਪਤੀ ਪਤਨੀ ਨੇ ਪਿੰਡ 'ਚੋਂ ਬਾਹਰ ਕੱਢਿਆ ਜਾਏ। ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਵਿਆਹ ਦਾ ਸਦਮਾ ਕੁੜੀ ਦੇ ਮਾਪਿਆਂ ਨੂੰ ਲੱਗਿਆ ਤੇ ਸਦਮੇ ਕਰਕੇ ਕੁੜੀ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਕਿਤਨਾ ਕਿਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਮਤਾ ਇਹਨਾਂ ਦੋਹਾਂ ਦੇ ਖਿਲਾਫ ਪਾਇਆ ਜਾਏ ਤੇ ਇਹਨਾਂ ਨੂੰ ਪਿੰਡ ਨਿਕਾਲਾ ਦਿੱਤਾ ਜਾਏ। ਤੇ ਹੁਣ ਸੰਗਰੂਰ 'ਚ ਪਤੀ ਪਤਨੀ ਜਿਨ੍ਹਾਂ ਨੇ ਵਿਆਹ ਕਰਵਾਇਆ ਸੀ, ਹਾਲਾਂਕਿ ਇੱਕੋ ਪਿੰਡ ਦੇ ਨਾਲ ਦੋਨੋਂ ਜਣੇ ਜੁੜੇ ਹੋਏ ਨੇ ਤੇ ਉਹਨਾਂ ਨੂੰ ਹੁਣ ਪਿੰਡ 'ਚੋਂ ਬਾਹਰ ਕੱਢਣ ਦਾ ਮਤਾ ਜੋ ਹੈ ਉਹ ਪੰਚਾਇਤ ਦੇ ਵੱਲੋਂ ਪਾ ਦਿੱਤਾ ਗਿਆ। ਮਤਾ ਪਾਇਆ ਗਿਆ ਸੀਗਾ ਵੀ ਕੋਈ ਮਤਲਬ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਾਊਗਾ ਤੇ ਉਸ ਸੰਬੰਧ 'ਚ ਮਤਾ ਪਾਇਆ ਗਿਆ ਸੀਗਾ ਤੇ ਉਸ ਦੀ ਇੱਕ ਪਰਿਵਾਰ ਨੇ ਉਲੰਘਣਾ ਕਰੀ ਹੈ ਮੰਨ ਲਓ। ਤੇ ਉਹਨਾਂ ਨੂੰ ਅਸੀਂ ਕਈ ਵਾਰੀ ਸਮਝਾਇਆ ਵੀ ਆ ਵੀ ਤੁਸੀਂ ਮਤਲਬ ਪਿੰਡ 'ਚ ਨਾ ਰਹੋ ਜੇ ਤੁਸੀਂ ਕਰ ਵੀ ਲਿਆ ਕੰਮ ਇਹ, ਪਰ ਉਹ ਪਿੰਡ 'ਚ ਰਹਿ ਰਹੇ ਸੀ। ਉਹਦੇ ਸੰਬੰਧ 'ਚ ਅੱਜ ਸਾਰਾ ਪਿੰਡ ਇਕੱਠਾ ਹੋਇਆ ਹੈਗਾ ਵੀ ਇਹ ਜਿਹੜਾ ਮਤਲਬ ਚਾਹੇ ਕੋਈ ਵੀ ਕਿਸੇ ਵੀ ਕਾਸਟ ਦਾ ਗਾ ਵੀ ਬਹੁਤ ਗਲਤ ਪ੍ਰਭਾਵ ਜਾਂਦਾ ਗਾ ਇਹ। ਹੁਣ ਇਹ ਜਿਹੜਾ ਮਤਾ ਜੀ ਤੁਹਾਡੇ ਵੱਲੋਂ ਲਿਖਿਆ ਗਿਆ ਹੈ ਸਾਰੇ ਪਿੰਡ ਦੀ ਸਹਿਮਤੀ ਸੀ? ਹਾਂਜੀ, ਇਹ ਸਾਰੇ ਪਿੰਡ ਦੀ ਸਹਿਮਤੀ ਹੈ ਜੀ ਤੇ ਸਾਰਾ ਪਿੰਡ ਨੇ ਵੀ ਵਿਸ਼ਵਾਸ ਦਿਵਾਇਆ ਗਿਆ ਵੀ ਜਿੱਥੇ ਵੀ ਸਾਡੀ ਲੋੜ ਪਊਗੀ ਵੀ ਅਸੀਂ ਸਾਰਾ ਪਿੰਡ ਤੁਹਾਡੇ ਨਾਲ ਆ। ਕਿਸ ਤਰ੍ਹਾਂ ਵਿਸ਼ਵਾਸ ਦਿਵਾਇਆ ਤੁਹਾਨੂੰ ਪਿੰਡ ਨੇ? ਵਿਸ਼ਵਾਸ ਇਸ ਤਰ੍ਹਾਂ ਦਿਵਾਇਆ ਵੀ ਜਿਹੜੀ ਵੀ ਕਾਰਵਾਈ SSP DSP ਜਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਨੂੰ ਜਾਣਾ ਪਿਆ ਵੀ ਆਪਾਂ ਉਹ ਕਹਿ ਰਹੇ ਨੇ, ਪਿੰਡ ਵਾਲੇ ਵਾਸੀ ਇਹੀ ਕਹਿ ਰਹੇ ਨੇ ਵੀ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ, ਵੀ ਇਸੇ ਕਰਕੇ ਵੀ ਆਪਾਂ ਜਿੱਥੇ ਵੀ ਜਾਣਾ ਪਿਆ ਆਪਾਂ ਜਾਵਾਂਗੇ ਵੀ ਉਹਨਾਂ ਨੂੰ ਪਿੰਡ 'ਚੋਂ ਕੱਢਾਂਗੇ। ਜਿਸ ਦਿਨ ਉਹ ਕੁੜੀ ਤੇ ਉਹ ਮੁੰਡਾ ਪਿੰਡ ਦੇ ਵਿੱਚੋਂ ਇਹ ਕੰਮ ਹੋਇਆ, ਉਹਨਾਂ ਨੇ ਆਪਸ 'ਚ ਮੈਰਿਜ ਕਰਵਾਈ ਹੈ, ਉਸ ਦਿਨ ਸਾਡੇ ਜਥੇਦਾਰ ਹਰਦੇਵ ਸਿੰਘ ਜੀ ਰੋਗਲਾ ਨੇ ਉਹਨਾਂ ਦੇ ਘਰੇ ਕੁੜੀ ਗਈ ਹੈ ਤੇ ਮੁੰਡੇ ਦਾ ਪਰਿਵਾਰ ਗਿਆ। ਉੱਥੇ ਉਹਨਾਂ ਦੀ ਸਹਿਮਤੀ ਹੋਈ ਸੀਗੀ ਜਥੇਦਾਰ ਹਰਦੇਵ ਸਿੰਘ ਰੋਗਲਾ ਦੇ ਮਤਲਬ ਕਿ ਘਰੇ ਵੀ ਜੇ ਅਸੀਂ ਵਿਆਹ ਕਰਾ ਲਿਆ ਪਰ ਅਸੀਂ ਪਿੰਡ ਦੇ ਵਿੱਚ ਨਹੀਂ ਰਹਾਂਗੇ। ਜੇ ਪਿੰਡ ਦੇ ਵਿੱਚ ਰਹਾਂਗੇ ਸਾਡਾ ਮੂੰਹ ਕਾਲਾ ਕਰਕੇ ਅਸੀਂ ਪਿੰਡ 'ਚੋਂ ਆਪਦੇ ਆਪ ਨਿਕਲ ਜਾਣਗੇ, ਸਾਨੂੰ ਕੱਢ ਦੇਣਗੇ ਪਿੰਡ ਵਾਲੇ। ਪਰ ਨਾ ਤਾਂ ਉਹ ਆਪਦੀ ਗੱਲ ਦੇ ਉੱਤੇ ਖੜੇ,
ਨਾ ਪਿੰਡ ਵਾਲਿਆਂ ਦੀ ਗੱਲ ਤੇ ਖੜੇ, ਨਾ ਪੰਚਾਇਤ ਦੇ ਮਤੇ ਉੱਤੇ ਖੜੇ। ਉਹ ਹਰੇਕ ਗੱਲ ਤੋਂ ਭੱਜ ਰਹੇ ਨੇ। ਅਸੀਂ ਇਹੀ ਕਹਿੰਦੇ ਆ, ਪਿੰਡਾਂ ਨੂੰ ਵੀ ਵਿਸ਼ਵਾਸ 'ਚ ਲੈਤਾ ਹੈ, ਉਹ ਵੀ ਸਾਡੇ ਨਾਲ ਨੇ ਵੀ ਉਹ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਈਕਾਟ ਕੀਤਾ ਜਾਵੇ, ਉਹਨਾਂ ਨਾਲ ਕੋਈ ਸਾਂਝ ਨਾ ਰੱਖੀ ਜਾਵੇ ਪਿੰਡ ਪ੍ਰਤੀ। ਸਾਰਾ ਪਿੰਡ ਹੁਣ ਸਹਿਮਤੀ ਦੇ ਰਿਹਾ ਇਸ ਚੀਜ਼? ਹਾਂਜੀ ਹਾਂਜੀ ਬਿਲकुल, ਸਾਰੇ ਪਿੰਡ ਸਹਿਮਤੀ ਦੇ ਰਿਹਾ ਜੀ। ਹੁਣ ਦਿਨ ਦੀ ਖਬਰ ਨੰਬਰ 5 ਜੋ ਕਿ ਜੁੜੀ ਹੋਈ ਹੈ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਦੇ ਨਾਲ, ਕਿਉਂਕਿ ਗੋਬਿੰਦ ਸਿੰਘ ਨੇ ਜਥੇਦਾਰ ਸਾਹਿਬ ਨੂੰ ਆਪਣਾ ਇੱਕ ਮੁਆਫੀਨਾਮਾ ਸੌਂਪਿਆ ਹੈ। ਅਕਾਲ ਤਖਤ ਸਾਹਿਬ ਪਹੁੰਚ ਕੇ ਉਹਨਾਂ ਨੇ ਖਿਮਾ ਜਾਚਨਾ ਕੀਤੀ ਹੈ। ਵਿਆਹ ਸਮਾਗਮ 'ਚ ਦਰਅਸਲ ਸਿੱਖ ਮਰਿਆਦਾ ਦੀ ਉਲੰਘਣਾ ਹੋਈ ਸੀ, ਜਿਸ ਤੇ ਸਵਾਲ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਖੜੇ ਕੀਤੇ ਗਏ ਸੀ। ਗੋਬਿੰਦ ਸਿੰਘ ਸੰਧੂ ਦੇ ਪਿੱਛੇ ਦਰਅਸਲ ਚੌਰ ਸਾਹਿਬ ਦਿਖਾਏ ਗਏ ਸਨ। ਗੋਬਿੰਦ ਸਿੰਘ ਸੰਧੂ ਦੇ ਪਿੱਛੇ ਛਤਰ ਦੀ ਨਜ਼ਰ ਵੀ ਆਇਆ ਸੀ। ਸਿਮਰਨਜੀਤ ਸਿੰਘ ਮਾਨ ਦੇ ਦੋਤੇ ਹਨ ਗੋਬਿੰਦ ਸਿੰਘ। ਇਸ ਤੋਂ ਪਹਿਲਾਂ ਵੀ ਗੋਬਿੰਦ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਸੀ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ। ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਸਿੱਖ ਮਰਿਆਦਾ ਦੀ ਉਲੰਘਣਾ ਹੋਈ ਹੈ, ਇਹ ਸਵਾਲ ਖੜੇ ਕੀਤੇ ਗਏ ਸੀ। ਪਰ ਹੁਣ ਗੋਬਿੰਦ ਸਿੰਘ ਜੋ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ, ਉਹਨਾਂ ਨੇ ਜਥੇਦਾਰ ਸਾਹਿਬ ਦੇ ਕੋਲ ਪਹੁੰਚ ਕੇ ਖਿਮਾ ਜਾਚਨਾ ਕੀਤੀ। ਮੇਰੇ ਵਿਆਹ ਸਮਾਗਮ ਵਿੱਚ ਛਤਰ ਚਲਾਉਣ ਅਤੇ ਚੌਰ ਸਾਹਿਬ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ ਤੇ ਜਤਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿੱਚ ਹੈ। ਛਤਰ ਚਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜ੍ਹੀ ਦਰ ਪੀੜ੍ਹੀਆਂ ਚੱਲਦੀਆਂ ਆਈਆਂ ਨੇ। ਸ਼ਹਿਜ਼ਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਝ ਚੜ੍ਹਨ ਦੀ ਰਸਮ ਵੀ ਸ਼ਹਿਜ਼ਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ। ਪਰ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ। ਇਸ ਲਈ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ 10 ਮਿੰਟ ਦੀ ਨਿਭਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਵੇ। ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਹਿਬ ਚਲਾਉਣਾ ਗਲਤ ਸੀ, ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮਾਫੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਓਗੇ, ਜਿਸ ਦੀ ਅਰਦਾਸ ਬੇਨਤੀ ਲਈ ਮੈਂ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਵੀ ਕਰਾਂਗਾ। ਕਿਸੇ ਕਿਨਾਰੇ ਪੂਰਾ ਜਦੋਂ ਵਿਵਾਦ ਖੜਾ ਹੋਇਆ ਤੇ ਅੱਜ ਹੀ ਜਥੇਦਾਰ ਸਾਹਿਬ ਦੇ ਕੋਲ ਪਹੁੰਚ ਕੀਤੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਦੇ ਨਾਲ ਜੋ ਤਸਵੀਰ ਸਾਹਮਣੇ ਆਈ ਹੈ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੀ, ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਪੂਰੀ ਖਿਮਾ ਜਾਚਨਾ ਕੀਤੀ ਗਈ ਹੈ। ਮੁਆਫੀਨਾਮਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਇਹ ਵਿਆਹ ਸਮਾਗਮ ਹੋਇਆ। ਵਿਆਹ ਸਮਾਗਮ 'ਚ ਵੱਡੀਆਂ ਸ਼ਖਸੀਅਤਾਂ ਉੱਥੇ ਪਹੁੰਚੀਆਂ, ਜਿਸ ਸਭ ਦੇ ਚੱਲਦੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਤਸਵੀਰ ਜੋ ਹੈ ਇਸ ਵਿਆਹ ਦੀ ਸਾਂਝੀ ਕੀਤੀ ਗਈ ਤੇ ਕਿਹਾ ਕਿ ਚੌਰ ਸਾਹਿਬ ਜੋ ਦੋਤੇ ਨੇ ਸਿਮਰਨਜੀਤ ਸਿੰਘ ਮਾਨ ਦੇ, ਉਹਨਾਂ ਦੇ ਪਿੱਛੇ ਵਿਖਾਏ ਗਏ ਨੇ। ਹਾਲਾਂਕਿ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਗਈ ਹੈ, ਜਿਸ ਤੇ ਉਹਨਾਂ ਦੇ ਵੱਲੋਂ ਮੁਆਫੀ ਮੰਗ ਲਈ ਗਈ ਸੀ। ਕਲੈਰੀਫਿਕੇਸ਼ਨ ਦੇ ਦਿੱਤਾ ਗਿਆ ਸੀ ਕਿ ਇਹ ਪੂਰੀ ਸਾਡੀ ਪਰੰਪਰਾ ਹੈ, ਜਿਸ ਦੇ ਤਹਿਤ ਚੌਰ ਸਾਹਿਬ ਪਿੱਛੇ ਵਿਖਾਏ ਗਏ ਸਨ। ਪਰ ਹੁਣ ਉਹ ਜਥੇਦਾਰ ਸਾਹਿਬ ਦੇ ਕੋਲ ਗਏ, ਉੱਥੇ ਪਹੁੰਚ ਕੇ ਬਕਾਇਦਾ ਉਹਨਾਂ ਦੇ ਵੱਲੋਂ ਆਪਣਾ ਖਿਮਾ ਜਾਚਨਾ ਕਰ ਲਈ ਗਈ। दिन की खबर नंबर 4 जो कि जुड़ी हुई है लोक सभा दे नाल, क्योंकि लोक सभा च जबरदस्त हंगामा देखने को मिला। दरअसल राहुल गांधी के भाषण दौरान एक हंगामा होया लोक सभा के अंदर। राहुल ने जनरल नरवणे की एक अणप्रकाशित किताब का हवाला दिता ते डोकलाम 4 चाइनीज टैंक भारत सरहद च शामिल हुए सन। रक्षा मंत्री ते गृह मंत्री ने राहुल गांधी नूं रोकिया। किताब प्रकाशित नहीं हुई तो चर्चा क्यों, यह सवाल देश के गृह मंत्री अमित शाह दे वल्लों चुक्या गया। स्पीकर ने राहुल नूं निजमा दा हवाला दे के उत्थे रोकिया ते जिस सब दे चलदे सानू लोक सभा च जबरदस्त हंगामा जो है वो देखने को मिले। स्पीकर सर, ये गारंटीड ऑथेंटिक है। इसमें नारावाने जी ने कहा है कि उनका मेमोआर है, उसे सरकार पब्लिश नहीं होने दे रही है, इसमें सब लिखा है। और मैं सिर्फ इसमें से 5 लाइन पढ़ना चाहता हूं, जिसमें नारावाने जी ने राजनाथ सिंह के बारे में और मोदी जी के बारे में बोला है। जो पुस्तक प्रकाशित हुई ही नहीं है तो किस पुस्तक को यहाँ पर उल्लेख करना चाहते हैं उनके बारे में? माननीय अध्यक्ष जी, विवाद लीडर ऑपोजिशन ने ही समाप्त कर दिया है। वो स्वयं कह रहे हैं कि पुस्तक प्रकाशित नहीं हुई। उन्होंने स्वयं स्वीकार किया कि पुस्तक प्रकाशित नहीं हुई है। अब जो पुस्तक प्रकाशित नहीं हुई है इसका जिक्र सदन में कैसे हो सकता है? और प्रकाशित हो तो भी नहीं कर सकते, मगर प्रकाशित ही नहीं हुई है। हाँ, ऐसे प्रकाशित कोई भी किताब प्रकाशित, कोई भी मेल पर, कोई भी चीज पर चर्चा कैसे हो सकती है यहाँ सदन में? माननीय सदस्य, आप राष्ट्रपति अभिभाषण को बोले। Were within a few hundred meters of our positions on the Kailash range.
माइक का कंट्रोल, सदन को गुमराह करने की कोशिश न करें और यहां अनावश्यक बातों का उल्लेख नहीं। मुझे बोलने नहीं दे रहे हैं, मुझे बस 2-3 लाइन बोलनी है, उसमें सब पता लग जाएगा, बट वो बोलने नहीं दे रहे हैं। मैं कह रहा हूं कि इट्स अ मैटर ऑफ नेशनल सिक्योरिटी। दीज आर द वर्ड्स ऑफ आर्मी चीफ, सीरियस लीडर ऑफ आवर फोर्सेस, एंड इट्स अ कॉन्वर्सेशन दैट ही हैज हैड with Rajnath Singh ji and also with Mr. Narendra Modi. All I'm saying is that I want to say in the House what the Army Chief has written. बस वही मैं बोलना चाह रहा हूँ, आर्मी चीफ ने क्या बोला है, मोदी जी ने उनसे क्या कहा, राजनाथ सिंह जी ने उनसे क्या कहा, क्या ऑर्डर दिया, मैं पार्लियामेंट हाउस में बोलना चाहता हूँ। पता नहीं इतने क्यों डरे हुए हैं। लेकिन वो सीधा देश, प्राइम मिनिस्टर और रक्षा मंत्री, जो कितना सेंसिटिव बात है, उसे कहीं ना कहीं उनकी इमेज को, हमारी देश को, हमारी देश की फौज को, एयरफोर्स को, नेवी को कहीं ना कहीं वो दुनिया के सामने उसको बदनाम करना चाह रहे थे। तो इससे कंट्री का बॉर्डर पे फोर्सेस खड़ी हैं, उनको कितना बड़ा उनके ऊपर असर पड़ सकता था, इसलिए बार बार सब रोक रहे थे। भी राहुल गांधी जी, आप भी देश के वासी हैं, आप भी यहाँ के नागरिक हैं, देश ने 3 बार प्रधानमंत्री बनाया आपके परिवार को, आप हमारी फौज के लिए कैसे बोल सकते हैं? हमारे रक्षा मंत्री जी जहां हमारी फौज को डिमोरलाइज कैसे कर सकते हैं? सिर्फ ये चिंता की बात थी, पर वो कहीं ना कहीं ये बात करने के लिए, देश को तोड़ने के, और जो बात करते हैं हम देश को कमजोर करने की, वो उस बात में लगे हुए हैं। अभी भी वो उस चीज में अड़े हुए हैं। अभी मैं देश की सरहदों के बारे में, देश की फौज के बारे में कहीं ना कहीं उन्हें बदनाम करके उनको कमजोर करूं। ਹੁਣ ਗੱਲ ਕਰਾਂਗੇ ਦਿਨ ਦੀ ਖਬਰ ਨੰਬਰ 3 ਦਾ, ਜੋ ਕਿ ਜੁੜੀ ਹੋਈ ਹੈ ਮੈਡਮ ਸਿੱਧੂ ਦੇ ਨਾਲ। ਦਰਅਸਲ ਮੈਡਮ ਸਿੱਧੂ ਨੇ ਬੀਜੇਪੀ ਦੀਆਂ ਤਾਰੀਫਾਂ ਦੇ ਪੁੱਲ ਬਣੇ ਨੇ। ਪੀਐਮ ਮੋਦੀ ਦਾ ਟਵੀਟ ਸ਼ੇਅਰ ਕਰਕੇ ਮੈਡਮ ਸਿੱਧੂ ਨੇ ਕਿਹਾ ਹੈ ਕਿ ਹੁਨਰ ਦੀ ਇੱਜ਼ਤ ਕਰਦੀ ਹੈ ਬੀਜੇਪੀ। ਦਰਅਸਲ ਮੈਡਮ ਸਿੱਧੂ ਨੇ ਪੀਐਮ ਨਰਿੰਦਰ ਮੋਦੀ ਦਾ ਟਵੀਟ ਸ਼ੇਅਰ ਕੀਤਾ ਤੇ ਉਹਨਾਂ ਨੇ ਸੁਪ੍ਰਿਆ ਸੂਲੇ ਨੂੰ ਵਧਾਈ ਦਿੱਤੀ ਸੀ ਤੇ ਕਿਹਾ ਸੀ ਕਿ ਸੁਪ੍ਰਿਆ ਸੂਲੇ ਨੇ ਭ੍ਰਿਸ਼ਟਾਚਾਰੀਆਂ ਤੋਂ ਮੇਰੇ ਪਤੀ ਨੂੰ ਬਚਾਇਆ ਹੈ। ਮੈਡਮ ਸਿੱਧੂ ਨੇ ਪਹਿਲਾਂ ਵੀ ਪੀਐਮ ਮੋਦੀ ਦੀ ਤਾਰੀਫ ਕੀਤੀ ਸੀ। ਪੀਐਮ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਇਹ ਤਾਰੀਫ ਮੈਡਮ ਸਿੱਧੂ ਦੇ ਵੱਲੋਂ ਕੀਤੀ ਗਈ ਸੀ। ट्वीट करके उन्होंने लिखा कि पंजाब के लोग प्यार भरे दिल दे नाल पीएम नरेंद्र मोदी का स्वागत करन। संगरूर च भी दरअसल बीजेपी आगू दे नाल मैडम सिद्धू विखाए दिते, जबकि उत्थे धार्मिक समागम सी, पर कितना किते चर्चावां जरूर छिड़ियां होईयां ने। बीजेपी आगू रणधीर सिंह कलेर ने जिन्हां नाल ओह विखाए दिते। इहो जिहियां चर्चावां ने कि उन्हां दे घर जाके उन्हां दे वल्लों खाना भी खाधा गया ते दिड़बा च दरअसल धार्मिक समागम च ओह शामिल होए सी। नवजोत कौर सिद्धू ने पिछले दिनी कांग्रेस तो दरअसल इस्तीफा दिता सी। ये तस्वीर ने सियासी गलियारियां च चर्चा छेड़ दी। हालांकि ये जनतक प्रोग्राम दौरान एक आम मिल नहीं हो सकती है, पर चर्चावां सब पासे कई तरह दियां नजर आ रही ने, क्योंकि जदों मैडम सिद्धू नूं पार्टी चों बाहर कढिया गया सी ते उस दौरान ही केवल सिंह ढिल्लों दे वल्लों पोस्ट पाई गई सी। सब तो पहला उन्होंने कहा कि मैडम सिद्धू दा वेलकम है, जे मैडम सिद्धू बीजेपी ज्वाइन करना चाहती है तो वह बीजेपी च आ सकते हैं, असीं खुले दिल नाल उन्हां दा स्वागत करांगे। कांग्रेस छੱਡ ਦਿੱਤੀ ਹੈ, ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜੁਆਇਨ ਕਰ ਸਕਦੇ, ਕਿਉਂਕਿ ਕਾਫੀ ਤਾਰੀਫ ਚ ਟਵੀਟ ਆ ਰਹੇ ਨੇ ਮੋਦੀ ਜੀ ਦੀ। ਮੈਂ ਕਿਹਾ ਤੁਸੀਂ ਉਹਨਾਂ ਦੀ ਗੱਲ ਕਰੀ ਜਾਂਦੇ, ਮੈਂ ਤਾਂ ਤਾਰੀਫ ਦੇ ਛੱਡੋ, ਤੁਸੀਂ ਤਾਂ ਟਵੀਟ ਬਾਜਵਾ ਸਾਹਿਬ ਨੇ ਪੂਰੀ ਚਿੱਠੀ ਲਿਖ ਰੱਖੀ ਹੈ, ਤੁਸੀਂ ਪੜੋ ਉਹਨਾਂ ਦਾ। ਯੂਰਪੀਅਨ ਯੂਨੀਅਨ ਪਤਾ ਨਹੀਂ ਉਹ ਕਹਿੰਦਾ ਕੀ ਨਾ ਸੀਗਾ, ਉਹ ਕੀ ਕਹਿੰਦੇ ਸੀ, ਧਰਮਿੰਦਰ ਕੀ ਕਹਿੰਦਾ ਸੀ, ਕਹਿੰਦਾ ਉਹ ਵੀ ਤਿਆਰ, ਮੋਸੀ ਵੀ ਤਿਆਰ ਹੈ, ਸਾਰਾ ਹੀ ਕੰਮ ਤਿਆਰ ਹੈ। ਚੰਨੀ ਸਾਹਿਬ ਵੀ ਤਿਆਰ ਨੇ ਮਨਾਉਣ ਵਾਸਤੇ। ਪਤਾ ਨਹੀਂ ਚੰਨੀ ਸਾਹਿਬ ਤਿਆਰ ਤਾਂ ਤੁਸੀਂ ਜਾਣੋ ਚੰਨੀ ਸਾਹਿਬ ਨੂੰ, ਪਰ ਮੈਨੂੰ ਪਤਾ ਲੱਗਿਆ ਹੈ ਵੀ ਉਹਨਾਂ ਦੇ ਉੱਤੇ ਆ ਇਲਜ਼ਾਮ ਲੱਗਿਆ ਸੀ, ਜਿਹਦੇ ਕਰਕੇ ਉਹਨਾਂ ਨੂੰ ਬਾਹਰ ਪਿਛਲੇ ਪਾਸੇ ਬਿਠਾ ਰੱਖਿਆ ਸੀਗਾ ਵੀ ਕਿਸੇ ਵੱਡੇ ਲੀਡਰ ਦੇ ਜਾ ਕੇ ਪੈਰੀ ਪੈਂਦਿਆਂ ਦੀਆਂ ਨੇ ਦੂਜੇ ਵਾਲੇ ਨੇ ਫੋਟੋ ਜਾ ਕੇ ਦੇਤੀ ਰਾਹੁਲ ਜੀ ਨੂੰ ਵੀ, ਆਹ ਦੇਖ ਲਓ ਜੀ ਤੁਹਾਡਾ चीफ मिनिस्टर कैंडिडेट है जी। मैंने नवजोत कौर सिद्धू जी से भी बात की है, पार्टी हाई कमांड से ही बात करूंगा कि इस मसले को सेटल किया जाए। उनकी अपनी भी कुछ शिकवे हैं पार्टी स्टेट लीडरशिप के साथ, और उन्होंने भी कुछ गलत बोला है। ये सारी बातों को समेट कर कोशिश करेंगे इसको सेटल किया जाए। सेटल कैसे होगा? अब तो पार्टी से उन्होंने अलविदा कह दिया है और शायद कोई और नई राजनीतिक पार्टी ज्वाइन कर सकती है। ऐसा नहीं होता कुछ, हर चीज़ का हल होता है, मसले हल हो जाते हैं। अगर कोई करना चाहे तो हम कोशिश करेंगे ये भी हो जाए। व्यक्ति पार्टी में नहीं इस्तीफा काय का दिया है,
वो पार्टी में नहीं है। आपको पता है कि उनको पहले पार्टी से निकाल दिया गया है। दूसरी बात, मैं उनका बहुत सम्मान करता हूं, लेकिन मेरे को लगता है उनको मानसिक इलाज की जरूरत है। मैं उनके बारे में इससे ज्यादा कुछ नहीं कहना चाहता। वो उन बेचारी का इलाज होना चाहिए। ਜਿਹੜਾ ਚੰਨੀ ਸਾਹਿਬ ਨੇ ਬਿਆਨ ਦਿੱਤਾ ਹੈ, ਮੈਨੂੰ ਇਸ ਗੱਲ ਦਾ ਕੋਈ ਇਲਮ ਹੈ ਨਹੀਂ ਉਹਨਾਂ ਦੀ ਗੱਲ ਹੋਈ ਕਿ ਨਹੀਂ ਹੋਈ, ਪਰ ਜੇ ਕੋਈ ਵੀ ਤੁਹਾਡਾ ਸਾਥੀ ਕਿਸੇ ਗੱਲ ਤੋਂ ਨਾਰਾਜ਼ ਹੈ ਤੇ ਉਹਦੇ ਤੱਕ ਪਹੁੰਚ ਕਰਨ ਦਾ ਕੋਈ ਨੁਕਸਾਨ ਹੈ। ਇਟ ਇਜ਼ ਆਲਵੇਜ਼ ਬੈਟਰ ਕਿ ਤੁਸੀਂ ਗੱਲ ਕਰ ਲਓ, ਜੇ ਰਹਿ ਜਾਣ ਤੇ ਫਾਇਦਾ ਹੀ ਹੁੰਦਾ ਹੈ। ਮੈਂ ਤਾਂ ਇਹ ਨਿਕਲ ਹੁਣ ਦਿਨ ਦੀ ਖਬਰ ਨੰਬਰ 2 ਵੱਲ ਨਜ਼ਰ ਪਾਵਾਂਗੇ, ਜੋ ਕਿ ਜੁੜੀ ਹੋਈ ਹੈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਮਜੀਠੀਆ ਤੇ ਲੱਗੇ ਇਲਜ਼ਾਮ ਝੂਠੇ ਨੇ। ਇਸ ਗੱਲ ਦਾ ਜ਼ਿਕਰ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਕੀਤਾ ਗਿਆ। ਦਰਅਸਲ ਤਕਰੀਬਨ ਦੁਪਹਿਰ ਵੇਲੇ 12:30 ਵਜੇ ਨਿਊ ਨਾਭਾ ਜੇਲ੍ਹ ਪਹੁੰਚੇ ਸੀ, ਜਿੱਥੇ ਕਿ ਬਿਕਰਮ ਸਿੰਘ ਮਜੀਠੀਆ ਨਾਲ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਸਾਰੇ ਇਲਜ਼ਾਮ ਬਿਲਕੁਲ ਗਲਤ ਹਨ। ਮਜੀਠੀਆ ਮੇਰਾ ਦੋਸਤ ਹੈ ਤੇ ਮੈਂ ਉਸ ਨੂੰ ਮਿਲਦਾ ਰਹਾਂਗਾ। ਗੁਰਿੰਦਰ ਢਿੱਲੋਂ ਮਜੀਠੀਆ ਬਹੁਤ ਖੁਸ਼ ਹਨ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ। ਅੰਦਰਲੀਆਂ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਕਿਸੇ ਤੇ ਕਮੈਂਟ ਕਰਨਾ ਮੈਨੂੰ ਸ਼ੋਭਾ ਨਹੀਂ ਦਿੰਦਾ। ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਸਰਕਾਰ ਆਪਣੀ ਜਗ੍ਹਾ ਹੈ। ਤੇ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਕਿ ਜੋ ਬਿਕਰਮ ਸਿੰਘ ਮਜੀਠੀਆ ਤੇ ਇਲਜ਼ਾਮ ਲਗਾਏ ਗਏ ਨੇ ਬਿਲਕੁਲ ਹੀ ਝੂਠੇ ਨੇ, ਬਿਲਕੁਲ ਹੀ ਬੇਬੁਨਿਆਦ ਨੇ, ਬਿਲਕੁਲ ਹੀ ਗਲਤ ਨੇ। ਦਰਅਸਲ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਬਾਬਾ ਗੁਰਿੰਦਰ ਢਿੱਲੋਂ ਤਕਰੀਬਨ 12:30 ਵਜੇ ਪਹੁੰਚੇ ਨਿਊ ਨਾਭਾ ਜੇਲ੍ਹ। ਦਰਅਸਲ ਇੱਕ ਧਾਰਮਿਕ ਸਮਾਗਮ ਸੀ, ਉੱਥੇ ਸ਼ਮੂਲੀਅਤ ਕਰਨ ਤੋਂ ਬਾਅਦ ਉਹ ਨਿਊ ਨਾਭਾ ਜੇਲ੍ਹ ਪਹੁੰਚੇ, ਮੁਲਾਕਾਤ ਕੀਤੀ। ਜਦੋਂ ਬਾਹਰ ਆ ਕੇ ਮੀਡੀਆ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ। ਮੀਡੀਆ ਜੋ ਕਰਮੀਆਂ ਦੇ ਵੱਲੋਂ ਸਵਾਲ ਉਹਨਾਂ ਨੂੰ ਪੁੱਛੇ ਗਏ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਅੱਗੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਦਾ ਰਹਾਂਗਾ, ਪਰ ਜੋ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਬਿਲਕੁਲ ਹੀ ਝੂਠੇ ਨੇ, ਬਿਲकुल ही बेबुनियाद। मेरा दोस्त है, मैं मिलूंगा। हाँ जी, लोग बहुत चंगे खुश है। किस तरह देखते हो ਉਹਨਾਂ ਤੇ ਡਰੱਗਸ ਦੇ ਜਿਹੜੇ ਹੈਗਾ ਆਰੋਪ ਵੀ ਨੇ? ਸਭ ਗਲਤ ਹੈ। ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ। ਮੈਨੂੰ ਸ਼ੋਭਾ ਨਹੀਂ ਦਿੰਦੀ, ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ, ਸਰਕਾਰ ਜੋ ਕਰੇ ਉਹਨਾਂ ਦੀ ਜਗ੍ਹਾ ਤੇ। ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਿਕਾਰਤ ਨੇ। ਡੇਰਾ ਬਿਆਸ ਦੀ ਬਹੁਤ ਮੰਨਣ ਵਾਲੇ ਲੋਕ ਨੇ, ਦੁਨੀਆ ਭਰ ਦੇ ਵਿੱਚ ਨੇ। ਪਰ ਮੈਂ ਸਤਿਕਾਰ ਸਹਿਤ ਜਿਹੜਾ ਜੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਏਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਣਾ ਚਾਹੀਦਾ। ਜਿਹੜੇ ਸੰਤ ਮਹਾਤਮਾ ਨੇ ਉਹ ਰਿਸ਼ਤਿਆਂ ਤੋਂ, ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ। ਔਰ ਦੂਸਰੀ ਗੱਲ, ਜਿਹੜੀ ਜੱਜਮੈਂਟ ਘੱਟੋ ਘੱਟ ਜਿਹੜੀ ਦੀ ਉਹ ਨਹੀਂ ਹੋਣੀ ਚਾਹੀਦੀ। ਜੱਜ ਨਹੀਂ ਜਿਹੜਾ ਦੀ ਉਹ ਬਣਨਾ ਚਾਹੀਦਾ। ਇਹ ਅਦਾਲਤੀ ਪ੍ਰਕਿਰਿਆ ਹੈ, ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ ਹੈ। ਤੇ ਦਿਨ ਦੀ ਸਭ ਤੋਂ ਵੱਡੀ ਖਬਰ ਜੋ ਕਿ ਜੁੜੀ ਹੋਈ ਬਿਕਰਮ ਸਿੰਘ ਮਜੀਠੀਆ ਨਾਲ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਸੁਪਰੀਮ ਰਾਹਤ ਦਿੱਤੀ ਗਈ ਹੈ। ਦਰਅਸਲ ਬਿਕਰਮ ਸਿੰਘ ਮਜੀਠੀਆ ਨੂੰ ਡਿਸਪ੍ਰੋਪੋਰਸ਼ਨੇਟ ਐਸੈਟਸ ਦੇ ਕੇਸ 'ਚ ਬੇਲ ਮਿਲ ਚੁੱਕੀ ਹੈ। ਸੁਪਰੀਮ ਕੋਰਟ ਨੇ ਇੱਕ ਵੱਡੀ ਰਾਹਤ ਮਜੀਠੀਆ ਨੂੰ ਦਿੱਤੀ ਹੈ। ਵਿਜੀਲੈਂਸ ਨੇ ਦਰਅਸਲ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ। 2025 ਤੋਂ ਨਾਭਾ ਜੇਲ੍ਹ 'ਚ ਬੰਦ ਨੇ ਬਿਕਰਮ ਸਿੰਘ ਮਜੀਠੀਆ। ਆਮਦਨ ਤੋਂ ਵੱਧ ਜਾਇਦਾਦ ਦਾ ਪੂਰਾ ਮਾਮਲਾ, ਜਿਸ ਦੇ ਤਹਿਤ ਬੀਤੇ ਸਾਲ ਹੀ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੀ। ਵਿਜੀਲੈਂਸ ਨੇ 40,000 ਪੰਨਿਆਂ ਦੀ ਇੱਕ ਚਾਰਜਸ਼ੀਟ ਵੀ ਦਾਖਲ ਕੀਤੀ ਹੈ। ਦਸੰਬਰ 2025 ਚ ਦਰਅਸਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੀ ਸੀ। ਮਜੀਠੀਆ ਦੇ ਖਿਲਾਫ ਡਰੱਗ ਕੇਸ ਵੀ ਹੈ, ਹਾਲਾਂਕਿ ਉਹ ਵੱਖਰਾ ਕੇਸ ਹੈ। 2021 ਚ ਦੱਸਦੇ ਕਿ ਦਸੰਬਰ ਦੇ ਮਹੀਨੇ 'ਚ ਕਾਂਗਰਸ ਸਰਕਾਰ ਦੇ ਵੱਲੋਂ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਫਰਵਰੀ 2022 ਚ ਉਹ ਜੇਲ੍ਹ ਗਏ ਸਨ ਤੇ ਅਗਸਤ ਤਕਰੀਬਨ 7 ਮਹੀਨੇ ਰਹਿਣ ਤੋਂ ਬਾਅਦ ਅਗਸਤ 2022 ਚ ਹਾਈ ਕੋਰਟ ਤੋਂ ਉਹਨਾਂ ਨੂੰ ਬੇਲ ਮਿਲ ਗਈ ਸੀ, ਕਿਉਂਕਿ ਜੋ SLP ਸੀ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ। ਤੇ ਮਜੀਠੀਆ ਦੇ ਖਿਲਾਫ ਡਿਸਪ੍ਰੋਪੋਰਸ਼ਨੇਟ ਐਸੈਟਸ ਦਾ ਇਹ ਪੂਰਾ ਮਾਮਲਾ ਪਿਛਲੇ ਸਾਲ ਹੀ ਦਰਜ ਕੀਤਾ ਗਿਆ। 2025 ਚ ਪੰਜਾਬ ਵਿਜੀਲੈਂਸ ਨੇ ਇਹ ਮਾਮਲਾ ਦਰਜ ਕੀਤਾ। 25 ਜੂਨ 2025 ਨੂੰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ। ਅਗਸਤ 2025 ਚ 40,000 ਪੰਨਿਆਂ ਦੀ ਚਾਰਜਸ਼ੀਟ ਵਿਜੀਲੈਂਸ ਦੇ ਵੱਲੋਂ ਦਾਖਲ ਕੀਤੀ ਗਈ ਸੀ। ਪੂਰੀ ਟਾਈਮਲਾਈਨ ਅਸੀਂ ਤੁਹਾਨੂੰ ਦੱਸ ਰਹੇ ਹਾਂ। ਨਵੰਬਰ 2025 ਚ ਗਵਰਨਰ ਦੇ ਵੱਲੋਂ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਦਸੰਬਰ 2025 ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਗਈ ਸੀ। ਕੂੜ ਨਿਖੁੱਟੇ ਨਾਨਕਾ ਉੜਕ ਸੱਚ ਰਹੀ। ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਵੱਧ ਜਾਇਦਾਦ ਦਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ, ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ
ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਹੈ। ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ। ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ 1000 ਏਕੜ? ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ। ਜਿਸ 1000 ਏਕੜ ਦੀ ਹਿਮਾਚਲ 'ਚ ਗੱਲ ਹੋਈ, ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ, ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ। ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤਿਆ ਹੈ। मुझे तो आपके जरिए पता लगा कि बेल मिली है, तो बेल मिलना इज नॉट ए कि स्कॉट फ्री हो गए हैं या उनकी कोई किटल हो गई है। बेल मिलना ना मिलना ये चलता रहता है, पर लेकिन हमारे पास पुख्ता सबूत हैं। जब हम वो सबूत अदालत में पेश करेंगे तो उनको जरूर कन्विक्शन होगी। और जो डेरा के जो मुखिया हैं वो भी उनके साथ मिल के आए थे नावा जेल में, उन्होंने ये भी कहा कि ये जो भी आरोप है ये गलत है। इसको किस तरह से देखिए जो डेरा मुखी जी मिल के आए हैं तो उनके साथ फैमिली का कोई रिलेशन है, फैमिली के रिश्तेदार हैं, इसी के तहत वो रिश्तेदारी के तहत मिल के आए हैं, क्योंकि वो तो एक धार्मिक गुरु हैं।